है असलीयत ਜਿਹੜੀ ਮਹਾਰਾਜ ਜੀ ਦੱਸ ਰਹੇ ਨੇ। ਆਦਾ ਮਾਣ ਜਲਦੀ ਪ੍ਰੀਤ ਅਮਨ ਕਾ ਤੁਮਨਾ ਰਖਤ ਬੂੰਦ ਤਾਗਾ नाड़ी को पिंज पंखी बसे बिचारा रूह की गल कीती ਜਿਹੜੇ ਮਹਾਰਾਜ ਜੀ ਨੇ ਸਵਾਸ ਬਖਸ਼ੇ ਦੇ ਨਾ ਇਹ ਜਿਹੜੇ ਸਵਾਸ ਰੂਪੀ ਕੁੰਖੇਰੂ ਨੇ ਮਹਾਰਾਜ ਜੀ ਕਿ ਇਸ ਤਰ੍ਹਾਂ ਇੱਕ ਦਿਨ ਉੱਡ ਜਾਣੇ ਜਿਵੇਂ ਕੋਈ ਪੰਛੀ ਉਹਨੂੰ ਰਾਤ ਪੈ ਜਾਏ ਤੇ ਦਰਖਤ ਦੇ ਉੱਤੇ ਰਾਤ ਕੱਟਦਾ ਹੈ। ਇੱਕ ਦਿਨ ਇਹਨੇ ਉੱਡ ਜਾਣਾ ਟਾਣੀਆਂ ਉਦਾਂ ਹੀ ਰਹਿੰਦੀਆਂ ਨੇ ਫੁੱਲ ਫਲ ਉਦਾਂ ਹੀ ਰਹਿੰਦੇ ਨੇ ਦਰਖਤ ਉਦਾਂ ਹੀ ਰਹਿੰਦੇ। ਉਹ ਆਉਂਦੇ ਨੇ ਤੇ ਉੱਡ ਜਾਂਦੇ ਨੇ। ਇਸ ਲਈ ਮਹਾਰਾਜ ਕਿਰਪਾ ਕਰਦੇ ਨੇ। ਇਹ ਪਿੰਜਰਾ ਹੈ ਹੱਡੀਆਂ ਦਾ ਤੇ ਮਾਸ ਦਾ ਬਣਿਆ ਹੋਇਆ। ਮਹਾਰਾਜ ਦੀ ਬਖਸ਼ੀ ਹੋਈ ਦਾਤ ਪੰਖੇਰੂ ਸਵਾਸ ਆਤਮਾ ਦੇ ਵਿੱਚ ਬਸੇਰਾ ਕਰਾਈ ਕਰੋ ਸਭ नाड़ी को पिंज पंखी बस बिचारा पंखी बस बिचारा
साढ़े 3 हथ की धरती साढ़े 3 हथ की धरती गुरबाणी के मुताबिक वैसे दे और आखिरी बोरी चबा के सोचा कोई नहीं रहेंगे। गहरी करके नीम खुदाई ऊपर मंडप बिछाए मार कंडे ते कोद गाई जन त्रिल तरम दिखलाए मार कंडे ते कोद गाई जन त्रिल तरम दिखलाए। मारकंडा ऋषि फकीर तुरदा तुरदा ਜਿਹੜੇ ਪਿੰਡ ਵਿੱਚ ਜਾਂਦਾ ਸੀ, ਜਿਹੜੇ ਸ਼ਹਿਰ ਵਿੱਚ ਜਾਂਦਾ ਸੀ ਨਾ, ਅੱਖਾਂ ਦੀ ਕੁੱਲੀ ਬਣਾਉਂਦਾ ਸੀ। ਜਿਹੜੇ ਤਿੰਨ ਧਾਰ ਤਿੰਨ ਕਿੰਨੇ ਭਾਗ ਅੱਖ ਉਹਨਾਂ ਦੀ ਕੁੱਲੀ ਬਣਾਉਂਦਾ ਸੀ। ਜਦੋਂ ਪਿੰਡ ਛੱਡਦਾ ਸੀ, ਸ਼ਹਿਰ ਛੱਡਦਾ ਸੀ ਨਾ, ਤੇ ਜਾਲ ਲੱਗਾ ਉਹਨੂੰ ਅੱਗ ਲਾ ਦਿੰਦਾ ਸੀ। ਉਹਨੂੰ ਲੋਕਾਂ ਨੇ ਪੁੱਛਣਾ, ਫਕੀਰ ਜੀ ਇਹ ਗੁਰਬਾਣੀ ਸਾਨੂੰ ਕਿਵੇਂ ਸਮਝਾਉਂਦੀ, ਮਹਾਰਾਜ ਕਿਵੇਂ ਸਮਝਾਉਂਦੇ ਹੋ? ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿਸੇ ਪੁੱਛਿਆ ਕਿ ਮਾਰਕੰਡੇ ઋષਿ ਨੂੰ ਕਿਹੜੇ ઋષਿ ਜੀ? ਤੁਸੀਂ ਅੱਗ ਕਿਉਂ ਲਾ ਦਿੰਦੇ? ਮਾਰਕੰਡਾ ઋષਿ ਉਹਨੇ ਜਵਾਬ ਦਿੱਤਾ, ਇਹਦੇ ਜੇ ਮੈਂ ਅੱਗ ਨਾ ਲਵਾਈ, ਇਹਦੇ ਦੋ ਕਾਰਨ ਨੇ। ਸੁਣਿਓ ਧਿਆਨ ਨਾਲ, ਕਰਮਾਂ ਵਾਲਿਆਂ ਨੇ ਸੁਣ ਲੈਣਾ, ਕਰਮਾਂ ਤੋਂ ਮਿਲਿਆ ਨੇ। ਉਹ ਕਹਿੰਦਾ ਜੀ ਦੋ ਕਾਰਨ ਨੇ, ਦੋ ਕਾਰਨ ਦੱਸੇ ਮਾਰਕੰਡੇ ઋષਿ। ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡਪ ਵਿਛਾਏ ਮਾਰ ਕੜੇ ਤੇ ਕੋਦ ਢਾਈ ਜਨ ਤ੍ਰਿਣ ਘਰ ਮੂਲ ਮੋੜ ਬੁਲਾਏ। ਅੱਖਾਂ ਦੀ ਕੁੱਲੀ ਕਿਉਂ ਸਾੜ ਦੇ? ਉਹ ਕਹਿੰਦਾ ਦੋ ਕਾਰਨ ਨੇ। ਸੁਣਿਓ ਧਿਆਨ ਨਾਲ, ਕਿਹੜੇ? ਉਹ ਕਹਿੰਦਾ ਜੀ ਕਿ ਤੁਹਾਨੂੰ ਵੇਖਣ ਨੂੰ ਪੱਖ ਲੱਗਦੇ ਨੇ, ਮੈਂ ਤਾਂ ਸਾੜ ਦੇਣਾ। ਪਹਿਲਾ ਕਾਰਨ ਇਹ ਆ, ਇਹਨਾਂ ਨੇ ਮੇਰੀ ਸੁਰਤੀ ਰੱਬ ਨਾਲੋਂ ਤੋੜ ਦੇਣੀ, ਮੈਨੂੰ ਲਾਲਚ ਪੈ ਜਾਣਾ, ਮੋਹ ਪੈ ਜਾਣਾ। ਮੈਂ ਅੱਖਾਂ ਦੀ ਕੁੱਲੀ ਨੂੰ ਬਣਾਉਂਦਾ ਬਣਾਉਂਦਾ ਫਿਰ ਮੇਰੇ ਮਨ ਚ ਆ ਜਾਣਾ ਵੀ ਮੈਂ ਹੁਣ ਪੱਕਾ ਬਣਾਵਾਂ। ਤੇ ਦੂਸਰੀ ਗੱਲ ਇਹ ਆ, ਦੂਸਰੀ ਗੱਲ ਇਹ ਆ ਵੀ ਇਹਨਾਂ ਅੱਖਾਂ ਵੱਲ ਵੇਖ ਕੇ, ਕੁੱਲੀ ਵੱਲ ਵੇਖ ਕੇ ਮੈਨੂੰ ਰੱਬ ਯਾਦ ਰਹਿੰਦਾ। हाड़ चले जैसे लकड़ी का फूला, केस जले जैसे घास का फूला। ये याद रखना ओए मना, जिद्दां ये सड़ रहे ने ना, एक अख सड़ रहे हैं, जिन्ना हड्डियां ते मान करदा है, इन्हां ने भी एक दिन लकड़ा वांगू सड़ जाना।
ਇਹਨਾਂ ਕੇਸਾਂ ਦਾ ਵਾਲਾਂ ਦਾ ਮਾਣ ਕਰਦਾ, ਇਹਨਾਂ ਨੇ ਇੱਕ ਦਿਨ ਸੜ ਜਾਣਾ, ਤੇਰੇ ਸਰੀਰ ਦੇ ਕਿਸੇ ਕੰਮ ਨਹੀਂ ਆਉਣਾ। ਕਬੀਰ ਜੀ ਦੇ ਸ਼ਬਦ ਸੁਣੋ। ਨਰੂ ਮਰੇ ਮਰ ਕਾਮ ਨ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ। ਸੁਣਦੇ ਰੋਜ਼ ਰਹਿੰਦੇ ਆ, ਪਰ ਕਿੱਥੇ ਮਨ ਜੁੜਦਾ ਕਿੱਥੇ ਆ। ਅਸੀਂ ਕਹਿੰਦੇ ਪਸ਼ੂ ਸਭ ਨਾਲੋਂ ਭੈੜਾ ਹੈ। ਡੰਡਾ ਹੱਥ 'ਚ ਫੜਦੇ ਨੇ, ਦੇਖੋ ਕਿੰਨਾ, ਇਹਨੂੰ ਮੱਤ ਨਹੀਂ, ਇਹਨੂੰ ਬੁੱਧ ਨਹੀਂ। ਪਰ ਮਹਾਰਾਜ ਜੀ ਕਹਿੰਦੇ, ਸੱਚੇ ਪਾਤਸ਼ਾਹ ਜੀ ਕਹਿੰਦੇ, ਕਬੀਰ ਸਾਹਿਬ ਕਹਿੰਦੇ ਨੇ, ਇਹਦੇ ਨਾਲੋਂ 100 ਗੁਣਾ ਚੰਗਾ ਹੈ। ਕਿਉਂ? ਪਹਿਲੀ ਗੱਲ, ਕਿਸੇ ਦੀ ਚੁਗਲੀ ਨਹੀਂ ਕਰਦਾ, ਨਿੰਦਿਆ ਨਹੀਂ ਕਰਦਾ, ਘਾਹ ਫੂਸ ਖਾ ਕੇ ਤੈਨੂੰ ਫੇਰ ਵੀ ਦੁੱਧ ਦਿੰਦਾ, ਇਹਨੂੰ ਫਿਰ ਵੀ ਲਾ। ਦੂਜੀ ਗੱਲ ਇਹ, ਜਿਸ ਦਿਨ ਇਹ ਮਰਦਾ ਨਾ, ਜਾਂਦਾ ਜਾਂਦਾ ਵੀ ਤੇਰੇ 10 ਕਾਜ ਸਵਾ ਦਿੰਦਾ। ਨਰੂ ਮਰੇ, ਨਰੂ ਬੰਦਾ ਮਨੁੱਖ, ਕਹਿੰਦੇ ਨਰੂ ਮਰੇ ਨਰ ਕਾਮ ਨਾ ਆਵੇ, ਕਹਿੰਦੇ ਕਿਸੇ ਕੰਮ ਵੀ ਕਿਹੜੀ ਚੀਜ਼ ਕੰਮ ਆਉਂਦੀ। ਕਹਿੰਦੇ ਪਸ਼ੂ ਮਰੇ 10 ਕਾਜ ਸਵਾਰੇ, ਚਮੜੀ ਵੀ ਕੰਮ ਆ ਗਈ, ਹੱਡ ਵੀ ਕੰਮ ਆ ਗਏ, ਹਾਥੀਆਂ ਦੇ ਦੰਦ ਵੀ ਜਿਹੜੇ ਉਹਨਾਂ ਦੇ ਬੜਾ ਕੁਝ ਬਣ ਗਿਆ। ਤੇ ਤੂੰ ਕਾਹਦਾ ਮਾਣ। ਨਰੂ ਮਰੇ ਨਰ ਕਾਮ ਨ ਆਵੇ, ਪਸ਼ੂ ਮਰੇ 10 ਕਾਜ ਸਵਾਰੇ। ਹਾਟ ਜਲੇ ਜੈਸੇ ਮਕੜੀ ਕਾ ਤੁਲਾ, ਕੇਸ ਜਲੇ ਜੈਸੇ ਘਾਸ ਕਾ ਫੁੱਲਾ। ਕਹਿੰਦੇ ਵਾਲ ਕੇ ਸਰੀਰ ਦਾ ਸੜਿਆ ਜਿਵੇਂ ਘਾਹ ਕੱਟ ਸੜਦਾ ਹੈ। ਇਹ ਚੀਜ਼ ਦਾ ਮਾਣ ਹੈ। ਤੇਰਾ ਆਇਆ ਕੋਈ ਚੇਤਾ? ਕਹੋ ਕਬੀਰ ਕਬੀਰ ਮਰ ਜਾਗੇ, ਜਮ ਕਾ ਡੰਡ ਮੂਲ ਮੈਂ ਲਾਗੇ। ਇਹਦੇ ਜਾਗਨ ਥੋੜਾ ਬਣਾਉਣੀ। ਜਦੋਂ ਜਮ ਦਾ ਡੰਡਾ ਸਿਰ ਤੇ ਹੋਇਆ ਨਾ, ਕਹੋ ਕਬੀਰ ਤਬ ਹੀ ਤਬ ਜਾਗੇ। ਜਮ ਕਾ ਡੰਡ ਮੂਲ ਮੈਂ ਦੰਡ ਸਜਾ, ਜਦੋਂ ਉਹ ਐ ਨਾ ਲੱਗੇ ਫੇਰ ਪਤਾ ਲੱਗਦਾ। ਮੈਂ ਤਾਂ ਕਰਕੇ ਸਾੜ ਦੇਣਾ, ਮੈਨੂੰ ਇਹਨਾਂ ਕੰਨਾਂ ਕੰਨਾਂ ਵੱਲ ਵੇਖ ਕੇ ਆਪਣੀ ਮੌਤ ਯਾਦ ਰਵੇ ਕਿ ਤੂੰ ਵੀ ਮਾਰ ਕੰਡਿਆ, ਵੇਖੀ ਕਿਤੇ ਮੋਹ ਨਾ ਕਰੀ, ਕਿਤੇ ਮਾਣ ਨਾ ਕਰੀ। ਜਿਸ ਤਰ੍ਹਾਂ ਤੇਰੀ ਕੁੱਲੀ ਸੜ ਰਹੀ ਆ, ਇੱਕ ਦਿਨ ਤੂੰ ਵੀ ਇਸੇ ਤਰ੍ਹਾਂ ਸੜ ਜਾਣਾ ਹੈ। ਹਰ ਗੱਲ ਯਾਦ ਰੱਖੀ, ਨਾਮ ਨੇ ਨਹੀਂ ਕਦੇ ਵੀ ਸੜਦਾ। ਆਪੋ ਸਤਨਾਮ, ਨਾਮ ਨਹੀਂ ਕਦੇ ਵੀ ਸੜਦਾ। ਗੁਰ ਕਾ ਬਚਨ ਬਸੇ ਜੀ ਨਾਲ, ਜਗ ਨਹੀਂ ਡੂਬੇ, ਦਸ ਕਰ ਨਹੀਂ ਲੈਵੇ, ਭਾਵੇਂ ਨ ਸਾਤੇ ਗੱਲ। ਇਹ ਚੀਜ਼ਾਂ ਆ ਗਈਆਂ ਨਾ। ਗੁਰ ਕਾ ਬਚਨ ਬਸਹਿ ਦੀ ਨਾਲ, ਜਲ ਨਹੀਂ ਡੂਬੇ, ਮੌਤ ਦਾ ਡਰ ਪਾਣੀ ਚ ਡੁੱਬਦੀ। ਤਸਕਰ ਨਹੀਂ ਲੈਵੇ, ਤਸਕਰ ਕਹਿੰਦੇ ਚੋਰ, ਡਰ ਰਹਿੰਦਾ ਨਾ ਕਿਤੇ ਖੋ ਕੇ ਨਾ ਲੈ ਜਾਏ। ਭਾਵੈ ਨਾ ਸਾਕੈ, ਜਾਲੇ ਦਾ ਭਾਵ ਹੈ ਸੜਨਾ। ਇਸ ਕਰਕੇ ਮੈਂ ਸੜਨਾ। ਸਾਰੀ ਜ਼ਿੰਦਗੀ ਉਹਨੇ ਕੱਖਾਂ ਦੀ ਪੱਲੀ ਦੀ ਕੱਢੀ, ਤਾਂ ਕਰਕੇ ਸਤਿਗੁਰੂ ਦੀ ਕਿਰਪਾ ਕਰ ਰਹੇ ਨੇ। ਗਹਿ ਦੀ ਗੱਲ ਕਹਿਣੀ ਰੱਖਦਾ, ਉੱਪਰ ਵੰਡ ਪਛਾਏ, ਮਾਰ ਕੰਡੇ ਤੇ ਕੋਈ ਅੰਤ ਕਾਇ, ਜਨ ਦਿਨ ਕਰ ਮੂੰਹ ਬੁਲਾਏ। ਅੱਗੇ ਮਹਾਰਾਜ ਕਹਿੰਦੇ ਹੁਣ ਤੈਨੂੰ ਵੀ ਸੁਨੇਹਾ ਹੈ, ਤੂੰ ਆਪਣਾ ਵੀ ਸੁਣ ਲਾ।
ਨੰਦ ਸਾਹਿਬ ਜੀ ਨਾਲ ਸਭ ਕੁਝ ਇਹੀ ਨੇ। ਪਰਮਾਤਮਾ ਨੂੰ ਬੜੇ ਨਾਵਾਂ ਦੇ ਨਾਲ ਭਗਤਾਂ ਨੇ ਪੁਕਾਰਿਆ। ਇਸ ਕਰਕੇ ਮਹਾਰਾਜ ਕਿਰਪਾ ਕਰਦੇ ਨੇ, ਹਮਰੋ ਕਰਤਾ ਰਾਮ ਸੁਨੇ ਕਾਹੇ ਰੇ ਨਰ ਗਰਭ ਕਰਤ ਹੋ ਬਿਨ ਸਜਾਏ ਝੂਠੀ ਦੇਵੀ ਦੇ। ਆਰਮਾਨ ਇੱਕ ਦਿਨ ਇਹਨੇ ਖਤਮ ਹੋ ਜਾਣਾ, ਬਿਰਸ ਦਾ ਭਾਵ ਮੁੱਕ ਜਾਣਾ, ਖਤਮ ਹੋ ਜਾਣਾ। ਅੱਗੇ ਵੀ ਬੜਿਆ ਬੜਿਆ ਧੰਤਰਾਂ ਦੇ ਨਾਮ ਮਹਾਰਾਜ ਨੇ ਬਾਣੀ ਦੇ ਲਏ। ਮੇਰੀ ਮੇਰੀ ਕਹਿਰੋ ਕਰਕੇ ਗੁਰਗੋਬਿੰਦ ਸਿਪਾਹੀ ਮਾਰੇ ਜੋ ਜਨ ਸ਼ਤਰ ਚਲੇ ਤਾਂ ਤੇਰੀ ਗਿਰਜਨ ਖਾਈ। 12 ਮਹੀਨਾ ਤੱਕ ਜਿਹਦੀ ਫੌਜ ਦਾ ਖਲਾਰਾ ਸੀ ਨਾ, ਮਹਾਰਾਜ ਕਹਿੰਦੇ ਮੇਰੀ ਮੇਰੀ ਕਰਨ ਵਾਲੇ ਦੁਰਯੋਧਨ ਵਰਗੇ ਮੇਰੀ ਮੇਰੀ ਕਹਿਰੋ ਕਰਤੇ ਦੁਰਯੋਧਨ ਸਿਪਾਹੀ। 12 योजन शतर चले था देही गिरजर न खाई। जब महापुरुषों ने संख्या करानी ने दो मतलब ने, एक है देही गिरज ना खाई। हुण समा नहीं होना जिधर नूं करे टाइम बोल दे देखो मैं भी एक बजे तक मारती। एक केड़े अर्थ ने देही गिरजन खाई, ਉਹਦੀ ਦੇਹ ਨੂੰ ਖਾਧਾ ਵੀ ਆ ਤੇ ਨਹੀਂ ਵੀ ਖਾਧਾ। ਚਲੋ ਇਹ ਆਪਾਂ ਥੋੜਾ ਪੈਂਡ ਤੱਕ ਲੈਂਦੇ ਕਿ ਇਹਦੇ ਵਾਸਤੇ ਸਮਾਂ ਬੜਾ ਚਾਹੀਦਾ। ਇਹਦੇ ਮਗਰ ਇਤਿਹਾਸ ਬਹੁਤ ਵੱਡਾ ਹੈ। ਅੱਧਾ ਸਰੀਰ ਦੁਰਯੋਧਨ ਦਾ ਖਾ ਲਿਆ ਸੀ, ਅੱਧਾ ਨਹੀਂ ਸੀ ਖਾਧਾ। ਉਹ ਕਿਉਂ ਨਹੀਂ ਸੀ ਖਾਧਾ? ਉਹ ਇੰਨਾ ਸਮਾਂ ਨਹੀਂ, ਕਿਉਂਕਿ ਜੇ ਅਸੀਂ ਇੱਧਰ ਨੂੰ ਤੁਰੇ ਨਾ ਜੇ ਫਿਰ ਇੱਧਰ ਸਮਾਂ ਪੂਰਾ ਨਹੀਂ ਹੁੰਦਾ। ਸੋ ਏਦਾਂ ਹੀ ਚਲੋ ਬਾਰੇ ਕਿਰਪਾ ਕਰਦੇ ਹਾਂ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਬਾਰੇ ਜੋ ਸਤਰ ਚਲੇ ਤਾਹੀ ਮਿਲਨ ਪਾਈ। ਸਰਬ ਸੁਵਰਨ ਕੀ ਲੰਕਾ ਹੋਤੀ। ਇੱਥੇ ਅੱਧਾ ਤੋਲਾ ਵੀ ਕਿਤੇ ਸੋਨਾ ਰੱਖਿਆ ਹੋਵੇ ਤੇ ਬੀਬੀ ਨੂੰ ਸਾਂਭ ਕੇ ਰੱਖਦੀ ਹੈ। ਪਤਾ ਨਹੀਂ ਕਿੰਨੇ ਕੁ ਤਾਲਿਆਂ ਦੇ ਵਿੱਚ ਰੱਖਦੇ ਹਾਂ ਅਸੀਂ, ਲੁਕੋ ਕੇ ਰੱਖਦੇ ਹਾਂ, ਕਿਤੇ ਨਿਆਣੇ ਨਾ ਫੜ ਕੇ ਲੈ ਜਾਣ, ਕਿਤੇ ਗਵਾਜੀ ਨਾ ਲੈ। ਮਹਾਰਾਜ ਕਹਿੰਦੇ ਵੇਖੋ ਸਰਬ ਸਵਾਇਨ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਰੀ। ਉਹਦੀ ਸੋਨੇ ਦੀ ਲੰਕਾ ਸੀ, ਸੋਨੇ ਦੀ। ਸਭ ਕੁਝ ਉੱਡ ਗਿਆ, ਲੱਭਿਆ ਨਹੀਂ ਕੁਝ। ਖਿਨ ਮੈਂ ਭਈ ਕਰਾਈ। ਅੱਗੇ ਮਹਾਰਾਜ ਕੀ ਕਹਿੰਦੇ ਨੇ, ਦੁਰਵਾਸਾ ਸੋ ਕਰਤ ਟਕੋਰੀ ਜਾਤ ਮੇ ਫਲ ਪਾਏ। ਇਹਦੇ ਮਗਰ ਵੀ ਬੜਾ ਵੱਡਾ ਇਤਿਹਾਸ ਹੈ। ਜਾਦਵ ਕੁਲ ਭਗਵਾਨ ਕ੍ਰਿਸ਼ਨ ਦੀ ਕੁਲ ਹੈ। ਜਾਦਵ ਭਗਵਾਨ ਕ੍ਰਿਸ਼ਨ ਦੀ ਕੁਲ ਹੈ ਜਾਦਵ। ਉਹਨਾਂ ਦੀ ਕੁਲ ਆਪਸ ਵਿੱਚ ਲੜ ਕੇ ਨਾਸ ਹੋ ਗਿਆ ਸੀ, ਖਤਮ ਹੋ ਗਈ ਸੀ। ਸਾਧੂਆਂ ਦਾ ਬਚਨ ਨਹੀਂ ਕਦੇ ਵੀ ਕਰਦਾ। ਦੁਰਵਾਸਾ ਸਿਓ ਕਰਤ ਠਗੌਰੀ ਜਾਦਵ ਇਹ ਫਲ ਪਾਏ। ਦੁਰਵਾਸਾ ਰਿਸ਼ੀ ਜੀ ਦੇ ਨਾਲ ਮਜ਼ਾਕ ਕੀਤਾ ਸੀ ਜਾਦਵ ਕੁਲ ਦੇ ਬੱਚਿਆਂ ਨੇ। ਬੰਦਗੀ ਕਰ ਰਹੇ ਸੀ, ਬੰਦਗੀ ਕਰਦੇ ਪਏ। ਕਹਿੰਦੇ ਚਲੋ ਰਿਸ਼ੀ ਬੈਠਾ ਬਈ, ਸਾਧ ਸੰਗਤ ਯਾਦ ਰੱਖੋ ਕਦੇ ਵੀ ਰੱਬ ਦੇ ਪਿਆਰੇ ਨਾਲ ਮਜ਼ਾਕ ਨਾ ਕਰੋ। ਮਹਾਰਾਜ ਕਹਿੰਦੇ ਜੇ ਕੋਈ ਮੰਗਣ ਵਾਲਾ ਵੀ ਆਉਂਦਾ ਤੇ ਉਹਦਾ ਕਰਮ ਹੈ। ਵੈਸੇ ਵੀ ਭਾਈ ਗੁਰਦਾਸ ਜੀ ਕਹਿੰਦੇ ਨੇ ਪ੍ਰੇਮ ਤੇ ਅਕਲ ਕਦੇ ਇਕੱਠੇ ਰਹਿ ਹੀ ਨਹੀਂ ਸਕਦੇ। ਜਿੱਥੇ ਪ੍ਰੇਮ ਹੈ ਉੱਥੇ ਅਕਲ ਨਹੀਂ, ਤੇ ਜਿੱਥੇ ਅਕਲ ਆ ਗਈ ਉੱਥੇ ਪ੍ਰੇਮ ਨਹੀਂ ਬਣ ਸਕਦਾ ਕਦੇ। ਉਹਨਾਂ ਨੇ ਮਜ਼ਾਕ ਕੀਤਾ ਦੁਰਵਾਸਾ ਰਿਸ਼ੀ ਦੇ ਨਾਲ। ਕਹਿੰਦੇ ਬੱਚੇ ਖੇਡਦੇ ਉਸੀ ਜਾਦਵ ਕੁਲ ਦੇ ਕਹਿੰਦੇ ਓਏ ਫਕੀਰ ਬੈਠਾ, ਚਲੋ ਇਹਦੇ ਨਾਲ ਮਜ਼ਾਕ ਕਰੀਏ ਘੜੀ। ਕਹਿੰਦੇ ਕੀ ਕਰੀਏ?
ਏਦਾਂ ਕਰਕੇ ਨਾ ਇੱਕ ਬੱਚੇ ਦੇ ਪੇਟ ਤੇ ਬਾਟੀ ਬੰਨ੍ਹਤੀ। ਧਿਆਨ ਨਾਲ ਸੁਣਿਓ, ਗੁਰੂ ਜੀ ਦਾ ਬਾਣੀ ਦਾ ਸ਼ਬਦ ਹੈ। ਬਾਟੀ ਬੰਨ੍ਹਤੀ ਤੇ ਜਾ ਕੇ ਬਾਰ ਰਿਸ਼ੀ ਜੀ ਚੌਕੜਾ ਲਾਏ, ਸਿਮਰਨ ਕਰ ਰਹੇ, ਬੰਦਗੀ ਕਰ ਰਹੇ। ਜਾ ਕੇ ਪੁੱਛਦੇ ਨੇ, ਉਠਾਉਂਦੇ ਨੇ, ਉਹਨਾਂ ਦੇ ਨੇਤਰ ਖੁੱਲੇ। ਉਹ ਕਹਿੰਦੇ ਬੱਚਿਓ ਜਾਓ, ਮਜ਼ਾਕ ਨਹੀਂ ਕਰੀਦਾ। ਬਾਰ ਲੱਗੇ ਛੇੜ ਨੂੰ, ਪੁੱਛਣ ਲੱਗੇ। ਬਾਟੀ ਇੱਥੇ ਪੇਟ ਤੇ ਬੰਨੀ ਸੀ, ਪੇਟ ਖੁੱਲਿਆ ਸੀਗਾ। ਕੀ ਪੁੱਛ ਰਿਹਾ? ਕਹਿੰਦੇ ਰਿਸ਼ੀ ਜੀ ਦੱਸੋ ਇਹਦੇ ਪੇਟ ਤੋਂ ਕੌਣ ਜਨਮ ਲਏਗਾ? ਦੇਖੋ ਸਵਾਲ ਕਿੱਦਾਂ। ਉਹ ਕਹਿੰਦੇ ਜਾਓ ਬੱਚਿਓ, ਮਜ਼ਾਕ ਨਹੀਂ ਕਰੀਦਾ। ਨਾ ਹਟੇ ਬਸ ਫਿਰ ਸਾਧੂ ਬੋਲੇ, ਸਹਿ ਸੁਭਾਏ ਸਾਧੂ ਦਾ ਬੋਲਾ ਬਿਰਥਾ ਨਾ ਕਰੇ। ਦੁਰਵਾਸਾ ਸਿਉ ਕਰ ਮਿਟਣਾ, ਜਾਤ ਬੜੇ ਫਲ ਪਾਏ। ਕੀ ਫਲ ਪਾਇਆ ਫਿਰ ਜਾਤ ਬਣੇ? ਹਾਰ ਕੇ ਫਿਰ ਰਸਨਾ ਤੋਂ ਨਿਕਲ ਆਇਆ। ਆਖਣ ਲੱਗੇ ਤੁਸੀਂ ਹਟੇ ਨਹੀਂ, ਜਾਓ ਇਸ ਪੇਟ ਤੋਂ ਉਹ ਜਨਮ ਲਊਗਾ। ਬੰਨੀ ਤੇ ਬਾਟੀ ਉਹ ਜਨਮ ਲਊਗਾ ਜਿਹੜਾ ਤੁਹਾਡੀ ਕੁਲ ਦਾ ਨਾਸ਼ ਕਰ ਦੂਗਾ। ਇੱਕ ਵਾਰੀ ਆਪਾਂ ਸਤਨਾਮ ਸ੍ਰੀ ਵਾਹਿਗੁਰੂ। ਉਹ ਜਨਮ ਲਊ ਜਿਹੜਾ ਤੁਹਾਡੀ ਕੁਲ ਦਾ ਨਾਸ਼ ਕਰ ਦੂਗਾ। ਜਦੋਂ ਗੱਲ ਪਹੁੰਚੀ ਭਗਵਾਨ ਕ੍ਰਿਸ਼ਨ ਦੇ ਕੋਲ, ਕਹਿੰਦੇ ਓਹੋ ਰੱਬ ਜੀ ਵਸੈ ਬਾਹਰ ਦੀ ਸਾਥ ਵੀ ਹੁਣ ਕਿੱਥੇ ਗੱਲ ਬਣਨੀ, ਇਹ ਪੂਰਾ ਹੋਣਾ ਬਚਣਾ। ਉਹ ਕਹਿੰਦੇ ਜੀ ਕੀ ਕਰੀਏ? ਕਿ ਕਿਸੇ ਨਾ ਕਿਸੇ ਤਰ੍ਹਾਂ ਹੁਣ ਬਾਟੀ ਜਿਹੜੀ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਹੁਣ ਖਤਮ ਕਰੋ। ਕਹਿੰਦੇ ਉਹਨਾਂ ਨੇ ਕੀ ਕੀਤਾ ਕਿ ਪੱਥਰ ਤੇ ਘਸਾਉਣੀ ਸ਼ੁਰੂ ਕਰ ਦਿੱਤੀ ਬਾਟੀ। ਜਿਉਂ ਲੱਗੇ ਉਹ ਬਾਟਾ ਘਸਾਉਣ, ਘਸਾਈ ਗਏ। ਜਿੱਥੇ ਵੀ ਉਹਦੇ ਕਿਣਕੇ ਡਿੱਗੇ ਸੀ, ਉੱਥੇ ਜਿੱਦਾਂ ਬੜੇ ਬੂਟੇ ਕੰਡਿਆਂ ਵਾਲੇ ਹੁੰਦੇ, ਕਣੀਲ ਉੱਗਦੀ ਉੱਥੇ, ਬੜੇ ਤਗੜੇ ਕੰਡੇ, ਉਹਨਾਂ ਕੰਡੇ ਲਾ ਕੇ ਬੜੇ ਵੱਡੀਆਂ ਸੂਆਂ ਲੱਗਦੀਆਂ। ਛੋਟਾ ਜਿਹਾ ਟੁਕੜਾ ਬਚਿਆ ਸੀ। ਉਹ ਕਹਿੰਦੇ ਇਹਦਾ ਕੀ ਕਰੀਏ? ਉਹ ਤਿੱਖਾ ਹੋ ਗਿਆ ਨਾ, ਜਦੋਂ ਨਿਗਾਹ ਰਹਿ ਗਿਆ। ਉਹਨੇ ਇਹਦਾ ਕੀ ਕਰੀਏ? ਕਹਿੰਦੇ ਸੁੱਟ ਦਿਓ ਸਮੁੰਦਰ ਚ। ਉੱਥੇ ਕਿਹੜਾ ਉਹਨਾਂ ਨੇ ਸਮੁੰਦਰ ਚ ਸੁੱਟਤਾ। ਗੁਰਬਾਣੀ ਨੂੰ ਪੜ੍ਹੀ ਜਾਂਦੇ ਆ, ਮੈਨੂੰ ਸਮਝ ਕੇ ਤੇ ਲਿਖੀ। ਉੱਥੇ ਸੁੱਟਤਾ। ਹੁਣ ਬਚਨ ਸੀ, ਸ਼ਿਕਾਰੀ ਆਇਆ, ਜਾਲ ਸੁੱਟਿਆ ਉਹਨੇ, ਮੱਛੀ ਆ ਗਈ ਉਹਦੇ ਜਾਲ ਚ। ਦੇਖੋ ਬਿਲ ਕਿਹੜੀ ਬਣਦੀ, ਸਾਧੂਆਂ ਦਾ ਬਜਟ ਟਲਦਾ ਨਹੀਂ। ਉਹ ਮੱਛੀ ਜਿਹੜੀ ਉਹਦੇ ਜਾਲ ਵਿੱਚ ਆਈ, ਉਹਨੇ ਟੁਕੜਾ ਨਿਕਲ ਲਿਆ ਸੀ। ਉਹ ਜਿਹੜਾ ਟੁਕੜਾ ਸੀ ਨਾ, ਉਹਨੇ ਖਾ ਲਿਆ ਸੀ ਮੱਛੀ ਨੇ। ਉਹ ਘਸ ਕੇ ਨਾ ਅੱਗੇ ਗੋਲ ਹੋਇਆ ਸੀ। ਜਦੋਂ ਉਹਨੇ ਵਿਸ਼ਵਾਰੇ ਨੇ ਘਰ ਜਾ ਕੇ ਮੱਛੀ ਨੂੰ ਚੀਰਿਆ, ਖਾਣ ਲੱਗਾ, ਬਣਾਉਣ ਲੱਗਾ, ਉਹਦੇ ਪੇਟ ਤੋਂ ਨਿਕਲਿਆ ਉਹ ਟੁਕੜਾ ਨਿਕਾਲਿਆ। ਉਹ ਟੁਕੜਾ ਮੈਂ ਘਸਾ ਕੇ ਆਪਣੇ ਤੀਰ ਦੇ ਅੱਗੇ ਲਾ ਲਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆ ਪਿਆਰਿਓ, ਇਹ ਕਿਸੇ ਬੰਦੇ ਦੀਆਂ ਲਿਖਤਾਂ ਨਹੀਂ ਵੀ ਆਪਾਂ ਐਵੇਂ ਸੁਣਾਈ ਜਾਂਦੇ ਨੇ, ਐਵੇਂ ਸੁਣੀ ਜਾਂਦੇ। ਇਤਿਹਾਸ ਤੇ ਮੋਹਰ ਤੇ ਹੋਵੇ ਲੱਗੀ। ਫਿਰ ਬੜੋ ਚੇਤੇ ਲਈ ਦੁਰਵਾਸਾ ਸਿਉ ਕਰ ਮਿਟਣਾ, ਜਾਤ ਬੜੇ ਫਲ ਪਾਏ। ਕੀ ਫਲ ਪਾਇਆ ਫਿਰ? ਉਹਨੇ ਟੁਕੜਾ ਆਪਣੇ ਤੀਰ ਤੇ ਲਾ ਲਿਆ ਅੱਗੇ। ਜਦੋਂ ਉਹਨਾਂ ਦਾ ਯੁੱਧ ਹੋਇਆ ਜਾਦਵਾਂ ਦਾ, ਤੇ ਜਿੱਥੇ ਉਹ ਬਾਟੀ ਦੇ ਟੁਕੜੇ ਡਿੱਗੇ ਸੀ, ਜਿੱਥੇ ਉਹ ਕੰਡਿਆਂ ਵਾਲੇ ਉੱਗੇ ਸੀ ਨਾ, ਉਹਨਾਂ ਨੇ ਫੁੱਟ ਕੇ ਉਹ ਜਿਹੜੇ ਸੀ ਇੱਕ ਦੂਜੇ ਨੂੰ ਮਾਰ ਕੇ ਜਾਦਵ ਕੁੱਲ ਜਿਹੜੀ ਉਹ ਖਤਮ ਹੋ ਗਈ। ਬਚਿਆ ਕੌਣ? ਭਗਵਾਨ ਕ੍ਰਿਸ਼ਨ। ਇੱਕੋ ਹੀ ਬਚਿਆ, ਉਹ ਵੀ ਬਚੇ ਆ। ਸ਼ਿਕਾਰ ਖੇਡਦੇ ਜਿਹਨੇ ਉਹ ਤੀਰ ਦੇ ਅੱਗੇ ਲਾਇਆ ਸੀ, ਜਦੋਂ ਆਇਆ ਜੰਗਲ ਚ, ਭਗਵਾਨ ਕ੍ਰਿਸ਼ਨ ਵੀ ਅੱਗੇ ਏਦਾਂ ਕਰਕੇ ਆਰਾਮ ਕਰ ਰਹੇ ਸੀ। ਹਨੇਰਾ ਹੋ ਗਿਆ, ਸ਼ਾਮਾਂ ਹੋ ਗਈਆਂ। ਭਗਵਾਨ ਕ੍ਰਿਸ਼ਨ ਦੇ ਚਰਨਾਂ ਦੇ ਵਿੱਚ ਪਦਮ ਸੀ, ਤੇ ਪਦਮ ਲਿਸ਼ਕਦਾ ਰਾਤ ਨੂੰ। ਉਹ ਜਦੋਂ ਪਦਮ ਲਿਸ਼ਕਿਆ, ਉਹਨੇ ਸੋਚਿਆ ਕਿ ਸ਼ਾਇਦ ਕੋਈ ਜਾਨਵਰ ਹੈ। ਉਹਦੀਆਂ ਹਿਰਨੀਆਂ ਅੱਖਾਂ ਚਮਕਦੀਆਂ ਨੇ, ਉਹਦੀ ਅੱਖ ਚਮਕਦੀ। ਉਹਨੇ ਲਾ ਕੇ ਤੀਰ ਦਾ ਨਿਸ਼ਾਨਾ, ਤੇ ਭਗਵਾਨ ਕ੍ਰਿਸ਼ਨ ਦਾ ਜਿਹੜਾ ਚਰਨ ਸੀ ਉਹਦੇ ਵਿੱਚ ਤੀਰ ਮਾਰਿਆ। ਕਿੱਥੇ ਗਈ ਗੱਲ ਵੇਖੋ।
ਜਦੋਂ ਤੀਰ ਮਾਰਿਆ ਜਦੋਂ ਬਦਕ ਬਾਣੀ ਵਿੱਚ ਵੀ ਹੈ ਬਦਕ ਸ਼ਿਕਾਰੀ ਜਦੋਂ ਤੀਰ ਵੱਜਾ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਭਗਵਾਨ ਕ੍ਰਿਸ਼ਨ ਦੇ ਜਦੋਂ ਲਾਗੇ ਗਿਆ ਜਦੋਂ ਤੀਰ ਵੱਜੇ ਤੇ ਸ਼ਿਕਾਰ ਦੇ ਕੋਲ ਜਾਂਦੇ ਫੜਨ ਜਦੋਂ ਲਾਗੇ ਗਿਆ ਉਹਨੂੰ ਜਾ ਕੇ ਕਹੋ ਹੋਏ ਤੇ ਭਗਵਾਨ ਕ੍ਰਿਸ਼ਨ ਮਾਫੀਆਂ ਲੱਗਾ ਮੰਨਣਾ ਭਗਵਾਨ ਕਹਿੰਦੇ ਨੇ ਮਤਲਬ ਤੇਰਾ ਦੋਸ਼ ਨਹੀਂ ਹੈ ਲੱਗਾ ਦੋਸ਼ ਨਾ ਤੇਰੂ ਕਿਸੇ ਦੋਸ਼ ਕਰਨਾ ਆਪਣਿਆ ਜੋ ਨਕੀਆ ਸੋ ਮੈਂ ਪਾਇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਕਿਹਨੂੰ ਦੋਸ਼ ਦਈਏ ਨਾ ਤੀਰ ਦਾ ਕਸੂਰ ਹੈ ਨਾ ਤੇਰਾ ਦੋਸ਼ ਹੈ ਇਹ ਹੋਣਾ ਸੀ ਕਿਉਂਕਿ ਬੰਦਗੀ ਵਾਲੀ ਰੂਹ ਦਾ ਬਚਨ ਸੀਗਾ ਬਸ ਫਿਰ ਮੈਂ ਤਾਂ ਰਵਤਾ ਕੀਤੀ ਹੈ ਵੀ ਦੇਖੋ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਸੰਕੇਤ ਕਰਦੇ ਕਿੱਥੋਂ ਗੱਲ ਚੱਲੀ ਕਿੰਨਿਆਂ ਕਿੰਨਿਆਂ ਦੇ ਨਾਂ ਆਏ ਵਿੱਚ ਆਪਣੀ ਸ਼ਰਨ ਰਾਤ ਦਾ ਤਾਂ ਕਰਕੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਆ ਮਹਾਰਾਜ ਕਿਤੇ ਵੇਖੀ ਕਿਤੇ ਧੁਨ ਨਾ ਵੇਖੀ ਕਿਤੇ ਸਾਧ ਸੰਗਤ ਜੀ ਸਾਡੇ ਪੀਰ ਦਾ ਤੇਰੀ ਸੀਨਾ ਸਾਡੇ ਦੇ ਤਿੰਨ ਹੱਥ ਦੀ ਧਰਤੀ ਇੰਨੀ ਵੀ ਜਗ੍ਹਾ ਸਾਰ ਸੰਗਤ ਕਿੱਥੇ ਕੀ ਨਸੀਬ ਹੋਣਾ ਕੀ ਨਾਲ ਜਾਣਾ ਪਾਤਸ਼ਾਹ ਦੀ ਬਾਣੀ ਵਿੱਚ ਕਿਰਪਾ ਕਰ ਰਹੇ ਨੇ ਬੰਕੇ ਤਾਲ ਆਪ ਸਿਰ ਦੇਰੀ ਇਹ ਤਨ ਹੋਏ ਬਸ ਮੁਕੀ ਤੇਰੀ ਬਸ ਇਹ ਕੋਸ਼ੀ ਅਸਮਨੀ ਤੇਰੀ ਹੋਣਾ ਇਸ ਤਨ ਇਹ ਤਨ ਹੋਏ ਬਸ ਮੁਕੀ ਤੇਰੀ ਇਹ ਤਨ ਹੋਏ ਬਸ ਮੁਕੀ ਤੇਰੀ ਯਾ ਮੇਰਾ ਆਪਣੇ ਨਾਮ ਤੋਂ ਬਿਨਾਂ ਤੇ ਹਰ ਕੀ ਦੁਨੀਆ ਤੋਂ ਜਾਣਦਾ ਅਸਰ ਭਾਈ ਗੁਰਦਾਸ ਜੀ ਨੂੰ ਕਹਿ ਰਿਹਾ ਗੁਰਮੁਖ ਜਨਮ ਸਵਾਰ ਦਰਗਾਹ ਚਲੇ ਸੱਚੀ ਦਰਗਾਹ ਜਾਏ ਸੱਚਾ ਪਿਲ ਮਰੇ ਮਹਾਰਾਜ ਕਿਰਪਾ ਕਰਦੇ ਸੱਚੇ ਪਾਤਸ਼ਾਹ ਦੀ ਇਸ ਚੀਜ਼ ਦਾ ਮਾਣ ਕਰਨਾ ਆਪਣੀ ਸੁੰਦਰਤਾ ਦਾ ਉੱਚੇ ਮੰਦਰਾਂ ਮਹਿਲ ਬਣਾ ਰਹੇ ਹਾਂ ਕਾਹਦਾ ਕਰਦੇ ਉੱਚੇ ਮੰਦਰ ਸੁੰਦਰ
ਪੁੱਛੈ ਜਨਮ ਹਮਾਰਾ। ਰੱਬ ਨਾਲ ਮਿਲੇ ਹੋਏ ਭਗਤ ਰਵਿਦਾਸ ਜੀ ਤੇ ਨਿਮਰਤਾ ਵਿੱਚ ਹੋਈ। ਅਸੀਂ ਦੁਨਿਆਵੀ ਲੋਕ ਹੱਡ ਚਮੜੀ ਦੇ ਟੁਕੜੇ ਕਾਂਚੀ ਗਾਗਰ ਸਰਪਰ ਤੇ ਪਤਾ ਨਹੀਂ ਕਿਹੜੇ ਦਿਨ ਵਿੱਚ ਟੁੱਟ ਜਾਣ। ਇਸੇ ਗੱਲ ਤੋਂ ਹੀ ਲੜੀ ਜਾਂਦੇ ਆ ਕਿ ਭਗਤ ਰਵਿਦਾਸ ਜੀ ਨੂੰ ਗੁਰੂ ਕਿਉਂ ਨਹੀਂ ਕਹਿੰਦੇ। ਕਮਾਲ, ਉਹ ਖੁਦ ਕਹਿ ਰਹੇ ਨੇ ਗੁਰੂ ਕਿਉਂ ਨਹੀਂ ਕਹਿੰਦੇ। ਖੁਦ ਕਹਿੰਦੇ ਨੇ ਸਮਝ ਗੱਲ ਤੇ ਸਮਝਣ ਦੀ ਨਾ, ਲੋੜ ਤੇ ਸਮਝਣ ਦੀ।